ਤੇ ਸਾਡੀ ਭੂਆ ਮੇਰਾ ਛੋਟਾ ਨਾਮ ਟੀਟੂ ਤੇ ਮੈਨੂੰ ਕਹਿੰਦੀ ਜਾਣ ਲੱਗੇ ਕਹਿੰਦੀ ਟੀਟੂ ਕਹਿੰਦੀ ਇਹਨੂੰ ਬਣਾ ਦੇਗਾ ਲੀਡਰ। ਮੈਂ ਕਿਹਾ ਹੁਣ ਬਾਂਹ ਫੜੀਏ ਤਾਂ ਲਾਵਾਂਗੇ ਸਿਰੇ। ਸੋ ਉਹ ਭੂਆ ਦੇ ਬੋਲ ਮੈਂ ਪਕਾ ਕੇ ਅੱਜ ਉਹਨੂੰ ਚੀਫ ਮਿਨਿਸਟਰ ਦੀ ਕੁਰਸੀ 'ਤੇ ਵਿਰਾਜਮਾਨ ਹੈ। ਤੇ ਇਹ ਮਤਲਬ ਮੈਂ ਇਹਦਾ ਸਾਥ ਦਿੱਤਾ ਪੂਰਾ। ਹੁਣ ਕੈਪਟਨ ਸਾਹਿਬ ਦੇ ਕਹਿਣ ਦਾ ਮਤਲਬ ਵੀ ਜਿਹੜਾ ਐਲਾਨ ਕਰਨਾ ਉਹਨੂੰ ਐਲਾਨ ਨੂੰ ਪ੍ਰੈਕਟੀਕਲ ਸ਼ੇਪ ਦੇਣ ਦੇ ਵਿੱਚ ਘੱਟ ਤੋਂ ਘੱਟ ਸਾਲ 1.5 ਸਾਲ ਲੱਗ ਜਾਂਦਾ। ਜਿਹੜਾ ਤੁਸੀਂ ਅੱਜ ਨੀਂਹ ਪੱਥਰ ਰੱਖਦੇ ਹੋ ਤਾਂ ਉਹਦਾ ਨੀਂਹ ਪੱਥਰ ਪੂਰੀ ਬਿਲਡਿੰਗ ਬਣਨ ਨੂੰ 1.5 ਸਾਲ 2 ਸਾਲ ਦਾ ਟਾਈਮ ਲੱਗਦਾ। ਇਸ ਲਈ ਉਹ ਐਲਾਨ ਤਾਂ ਜੋ ਇਹ ਐਲਾਨ ਕਰਦੇ ਪਿੱਛੋਂ ਸਿੱਧੂ ਇਹਨਾਂ ਦੇ ਪੋਚੇ ਫਿਰੀ ਜਾਂਦਾ। ਬਾਕੀ ਇਹਨਾਂ ਦੇ ਸਫ਼ਰ ਜਿਹੜਾ ਆਪਣਾ ਕਿਤੇ ਗਏ ਕਿਤੇ ਚੀਫ ਗੈਸਟ ਤੇ ਉੱਥੇ ਭੰਗੜੇ ਪਾਉਣ ਲੱਗੇ। ਇਹਨਾਂ ਦੇ ਮਤਲਬ ਜਿਹੜੀ CM ਦੀ ਕੁਰਸੀ ਦੀ ਮਰਿਆਦਾ, ਇੱਕ ਪ੍ਰੋਟੋਕੋਲ, ਇੱਕ ਡੈਕੋਰਮ, ਉਹ ਮੈਨੂੰ ਪਸੰਦ ਨਹੀਂ ਆ। ਆਮ ਬੰਦਾ ਗਰੀਬ ਬੰਦਾ ਤਾਂ ਹੈ ਨਹੀਂ। ਐਡੀ ਸਾਡੇ ਪਰਿਵਾਰ 'ਤੇ ਸ਼ੁਰੂ ਤੋਂ ਜਦੋਂ ਦੇ ਬਚਪਨ ਤੋਂ ਲੈ ਕੇ ਹੋ ਰਹੇ ਗਰੀਬੀ ਨਾਂ ਦੀ ਤਾਂ ਸਾਡੇ ਪਰਿਵਾਰ 'ਚ ਬਾਪੇ ਦੀ ਕਿਰਪਾ ਰਹੀ ਹੈ। ਗਰੀਬੀ ਨਾਂ ਦੀ ਤਾਂ ਕੋਈ ਨਹੀਂ, ਇਹ ਗਲਤ ਨਹੀਂ। ਮੋਦੀ ਸਾਹਿਬ ਨੂੰ ਕਹਿੰਦੇ ਵੀ ਚਾਹ ਬਣਾਉਣ ਵਾਲਾ ਸੀ, ਇਹ ਉਹਨਾਂ ਦੀ ਰੀਸ ਕਰਦੇ ਆ ਵੀ ਮੈਂ ਆਪਣਾ ਰਿਕਸ਼ਾ ਚਲਾਉਣ ਵਾਲਾ ਸੀ ਫਲਾਣਾ। ਰਿਕਸ਼ਾ ਕਿਹੜਾ ਜ਼ਮਾਨਾ ਸੀ, ਇਕੱਠੇ ਜੰਮੇ ਪਲੇ ਸੀ। ਕਦੇ ਕੋਈ ਇੱਦਾਂ ਦੀ ਸਾਡੇ ਪਰਿਵਾਰ 'ਚ ਇੱਦਾਂ ਦੀ ਕੋਈ ਗੱਲ ਨਹੀਂ ਵੀ ਹਾਂ ਵੀ ਗਰੀਬੀ ਨਾਂ ਦੀ ਚੀਜ਼ ਜਿਵੇਂ ਕਹੀਏ ਆਪਾਂ। ਸਤਿ ਸ਼੍ਰੀ ਅਕਾਲ, ਡੇਰੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਚੋਣਾਂ ਦਾ ਮੌਸਮ ਚੱਲ ਰਿਹਾ ਤਾਂ ਚੋਣਾਂ ਦੇ ਮੌਸਮ ਦੇ ਦੌਰਾਨ ਬਹੁਤ ਸਾਰੀ ਪਾਰਟੀਆਂ 'ਚੋਂ ਐਂਟਰੀ ਵੀ ਹੋ ਰਹੀ ਹੈ, ਕਈਆਂ ਦੀ ਵਿਦਾਇਗੀ ਹੋ ਰਹੀ ਹੈ, ਟਿਕਟਾਂ ਦਾ ਰੌਲਾ ਚੱਲਦਾ ਤੇ ਨਾਲੋਂ ਨਾਲ ਦੇਖਿਆ ਜਾਵੇ ਤਾਂ ਕਈ ਦਿਲਚਸਪ ਪਹਿਲੂ ਵੀ ਸਾਹਮਣੇ ਆਉਂਦੇ ਨੇ। ਬੀਜੇਪੀ ਦੇ ਵਿੱਚ ਜੁਆਇਨਿੰਗਾਂ ਲਗਾਤਾਰ ਹੋ ਰਹੀਆਂ ਨੇਗੀਆਂ। ਕਈ ਵੱਡੇ ਚਿਹਰੇ ਹੁਣ ਤੱਕ ਬੀਜੇਪੀ ਜੁਆਇਨ ਕਰ ਚੁੱਕੇ ਨੇ। ਉਨੀ ਵੱਡੇ ਚਿਹਰਿਆਂ ਦੇ ਵਿੱਚ ਅੱਜ ਤੁਹਾਨੂੰ ਮਿਲਵਾਉਂਦੇ ਹਾਂ ਜਸਵਿੰਦਰ ਧਾਲੀਵਾਲ ਦੇ ਨਾਲ। ਜਸਵਿੰਦਰ ਧਾਲੀਵਾਲ ਪੰਜਾਬ ਦੇ ਮੁੱਖ ਮੰਤਰੀ ਜੇ ਕਹੀਏ ਚਰਨਜੀਤ ਚੰਨੀ ਹੋਰਾਂ ਦੇ ਮਾਮੇ ਦੇ ਮੁੰਡੇ ਨੇ, ਯਾਨੀ ਕਿ ਚੰਨੀ ਇਹਨਾਂ ਦੀ ਭੂਆ ਦੇ ਮੁੰਡੇ ਨੇ। ਪਰ ਇਹਨਾਂ ਨੇ ਬੀਜੇਪੀ ਦਾ ਦਾਮਨ ਫੜਿਆ। ਆਖਰਕਾਰ ਗੱਲ ਵੀ ਇਹਨਾਂ ਨਾਲ ਕਰ ਲੈਂਦੇ ਤੇ ਨਾਲ ਹੀ ਚੰਨੀ ਹੋਰਾਂ ਨਾਲ ਵੀ ਲਗਾਤਾਰ ਇਹ ਕੰਮ ਕਰਦੇ ਰਹੇ ਨੇ ਤੇ ਐਕਟਿਵਲੀ ਜੇ ਦੇਖਿਆ ਜਾਵੇ ਪੋਲੀਟਿਕਸ ਦੇ ਵਿੱਚ ਚੰਗਾ ਰੋਲ ਅਦਾ ਕਰ ਚੁੱਕੇ ਨੇ। ਜਸਵਿੰਦਰ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਪਾਰਟੀ ਤੁਸੀਂ ਸ਼ੁਰੂਆਤ ਕਰੀ ਹੈ ਆਪਦੇ ਸਿਆਸੀ ਜੀਵਨ ਦੀ। ਧੰਨਵਾਦ ਜੀ। ਜਸਵਿੰਦਰ ਜੀ, ਭੂਆ ਦਾ ਮੁੰਡਾ ਕਾਂਗਰਸ 'ਚ, ਇੱਧਰ ਮਾਮੇ ਦਾ ਮੁੰਡਾ ਭਾਜਪਾ 'ਚ। ਖੈਰ ਹੈ ਤਾਂ ਬਹੁਤ ਸਾਰੀ ਥਾਵੇਂ ਇਸ ਤਰ੍ਹਾਂ ਦੀਆਂ ਚੀਜ਼ਾਂ, ਪਰ ਜਿਵੇਂ ਹੁਣ ਤੁਸੀਂ ਐਕਟਿਵਲੀ ਰਹੇ ਹੋਗੇ, ਕੋਈ ਇਹ ਨਹੀਂ ਵੀ ਸਿਆਸਤ ਤੁਹਾਡੇ ਵਾਸਤੇ ਨਵੀਂ ਆ, ਤਾਂ ਫਿਰ ਕਾਂਗਰਸ ਕਿਉਂ ਨਹੀਂ ਚੁਣੀ ਜੀ? ਕਾਂਗਰਸ ਇੱਦਾਂ ਆਪਣੀ ਸੋਚ ਹੈ ਜੀ। ਜਿਹੜੀ ਕਾਂਗਰਸ ਅੱਜ ਤੱਕ ਕਾਂਗਰਸ ਹੀ ਇਹਨਾਂ ਦਾ ਮੈਂ ਸਾਥ ਦਿੰਦਾ ਰਿਹਾ। ਜਦੋਂ ਦਾ MC ਕਾਲਜ ਟਾਈਮ ਤੋਂ ਸਟੂਡੈਂਟ ਲੀਡਰ ਰਹੇ, ਅਸੀਂ ਕਾਲਜ ਵੀ ਇਕੱਠੇ ਪੜ੍ਹੇ ਅਤੇ ਫਿਰ ਕਾਂਗਰਸ ਇਹਦੇ MC ਬਣਾਇਆ ਅਤੇ ਫਿਰ ਪ੍ਰਧਾਨ ਬਣੇ 2 ਵਾਰੀ। ਫਿਰ ਆਜ਼ਾਦ MLA ਚਮਕੌਰ ਸਾਹਿਬ ਤੋਂ, ਜਿੱਥੇ ਕਿ ਸਾਡਾ ਪਿੰਡ ਆ ਬਕੜੌਨਾ ਕਲਾਂ ਚਮਕੌਰ ਸਾਹਿਬ ਦੇ ਵਿੱਚ, ਇਹ ਚਰਨਜੀਤ ਚੰਨੀ ਦੇ ਨਾਨਕੇ ਹੈ ਅਤੇ ਅਸੀਂ ਬਚਪਨ ਉੱਥੇ ਇਕੱਠਾ ਗੁਜ਼ਾਰਿਆ। ਅਤੇ ਫਿਰ ਇਹਨੂੰ ਉੱਥੋਂ ਚਮਕੌਰ ਸਾਹਿਬ ਤੋਂ ਦੁੱਲੋ ਨੇ ਇਹਦੀ ਕਾਂਗਰਸ ਦੀ ਟਿਕਟ ਕੱਟਤੀ ਸੀ। ਫਿਰ ਆਜ਼ਾਦ ਲੜਾਇਆ ਇਹਨੂੰ। ਹਾਲਾਂਕਿ ਉੱਧਰ ਇਹਦਾ ਆਧਾਰ ਨਹੀਂ ਸੀ ਚਮਕੌਰ ਸਾਹਿਬ ਦੇ ਉਸ ਵੇਲੇ ਜਦੋਂ ਆਜ਼ਾਦ ਲੜਾਇਆ, ਕਿਉਂਕਿ ਖਰੜ ਵੱਲ ਸੀਗੇ, ਇਹਨਾਂ ਦੀ ਸਿਆਸਤ ਖਰੜ ਸੀਗੀ। ਮੈਂ ਇਹਨਾਂ ਨੂੰ ਨਾਲ ਲੈ ਕੇ ਆਪਣੇ ਫਾਦਰ ਸਾਹਿਬ, ਮਦਰ ਅਤੇ ਸਾਡਾ ਸਾਰਾ ਪਰਿਵਾਰ ਲੈ ਕੇ ਇਹਨਾਂ ਨੂੰ ਉੱਥੇ ਚਮਕੌਰ ਸਾਹਿਬ ਦੇ ਵਿੱਚ ਇਹਨਾਂ ਦੇ ਪਹਿਲੀ ਐਂਟਰੀ ਕਰਾਈ। ਉਸ ਤੋਂ ਬਾਅਦ ਫਿਰ ਸਾਰੇ ਸਾਡੇ ਪਰਿਵਾਰ ਦੇ ਸਾਰੇ ਰਿਸ਼ਤੇਦਾਰਾਂ ਨੇ, ਸੱਜਣਾ ਮਿੱਤਰਾਂ ਨੇ ਰਲ ਕੇ ਇਹਨੂੰ ਪਹਿਲੀ ਵਾਰ ਆਜ਼ਾਦ MLA ਬਤੌਰ ਚਮਕੌਰ ਸਾਹਿਬ ਤੋਂ ਜਿਤਾਇਆ। ਅਤੇ ਉਸ ਤੋਂ ਬਾਅਦ ਫਿਰ ਜੋ ਇਹਦਾ ਸਿਆਸੀ ਸਫ਼ਰ ਚੱਲਦਾ ਰਿਹਾ, ਟਾਈਮ ਬਾਏ ਟਾਈਮ ਜਿਹੜੀ 3 ਵਾਰੀ MLA ਬਣਿਆ, ਫਿਰ ਮੰਤਰੀ ਬਣਿਆ, ਅੱਜ ਇਹਨੂੰ CM ਬਣਾ ਕੇ ਜਦੋਂ ਇਹ ਪਹਿਲੀ ਵਾਰ ਟਿਕਟ ਅਸੀਂ ਲੈਣ ਗਏ ਆ ਦਿੱਲੀ, ਅਤੇ ਸਾਡੀ ਭੂਆ ਇਹ ਖਰੜੇ ਦੇ ਘਰੇ ਗਿਆ ਸੀ, ਦਿੱਲੀ ਜਾਣਾ ਸੀ। ਸਾਡੀ ਭੂਆ ਹਾਂਜੀ ਹਾਂ, ਸ਼ੁਰੂ ਜੋ ਸਟਰਗਲ ਸੀਗੇ ਜਦੋਂ ਪ੍ਰਧਾਨ ਤੋਂ MLA ਦੀ ਟਿਕਟ MP ਦੀ ਟਿਕਟ ਲਈ ਗਿਆ ਸੀ। ਰੋਪੜ ਤੋਂ MP ਦੀ ਟਿਕਟ ਲੈਣੀ ਸੀ, MP ਦੇ ਇਲੈਕਸ਼ਨ ਸੀ। ਅਤੇ ਉੱਧਰੋਂ ਦੁੱਲੋ ਵੀ MP ਦੀ ਟਿਕਟ ਲੈ ਰਿਹਾ ਸੀ, ਦੁੱਲੋ ਪ੍ਰਧਾਨ ਵੀ ਸੀ। ਅਤੇ ਫਿਰ ਕੀ ਹੋਇਆ, ਅਤੇ ਸਾਡੀ ਭੂਆ ਮੇਰਾ ਛੋਟਾ ਨਾਮ ਟੀਟੂ, ਅਤੇ ਮੈਨੂੰ ਕਹਿੰਦੀ ਜਾਣ ਲੱਗੇ ਕਹਿੰਦੀ ਟੀਟੂ ਕਹਿੰਦੀ ਇਹਨੂੰ ਬਣਾ ਦੇਗਾ ਲੀਡਰ। ਮੈਂ ਕਿਹਾ ਹੁਣ ਬਾਂਹ ਫੜੀਏ ਤਾਂ ਲਾਵਾਂਗੇ ਸਿਰੇ। ਸੋ ਉਹ ਭੂਆ ਦੇ ਬੋਲ ਮੈਂ ਪਕਾ ਕੇ ਅੱਜ ਉਹਨੂੰ ਚੀਫ ਮਿਨਿਸਟਰ ਦੀ ਕੁਰਸੀ 'ਤੇ ਵਿਰਾਜਮਾਨ ਹੈ। ਅਤੇ ਇਹ ਮਤਲਬ ਮੈਂ ਇਹਦਾ ਸਾਥ ਦਿੱਤਾ ਪੂਰਾ। ਪਰ ਦੇਖਿਆ ਜਾਵੇ ਹੁਣ ਜਿਸ ਤਰ੍ਹਾਂ ਦੇ ਨਾਲ ਜਸਵਿੰਦਰ ਧਾਲੀਵਾਲ, ਹਾਲਾਂਕਿ ਪਰਿਵਾਰਕ ਤੌਰ 'ਤੇ ਤਾਂ ਚਲੋ ਤੁਸੀਂ ਹੈ ਹੀ ਸੀਗੇ ਇੱਕ, ਪਰ ਨਾਲ ਹੀ ਜਿਵੇਂ ਤੁਸੀਂ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜਾ ਸ਼ੁਰੂਆਤੀ ਸਫ਼ਰ ਹੁੰਦਾ ਬੜਾ ਔਖਾ ਹੁੰਦਾ, ਬਹੁਤ ਔਂਕੜਾਂ ਆਉਂਦੀਆਂ ਨੇ, ਉਹਦੇ ਵਿੱਚ ਕਈ ਵਾਰ ਦਾਅ ਪੇਚ ਕਿੱਥੇ ਖੇਡਣੇ ਨੇ ਸਿਆਸਤ ਦੇ ਵਿੱਚ, ਤਾਂ ਉਹ ਵੀ ਬੜੇ ਮਾਇਨੇ ਰੱਖਦੇ ਨੇ। ਅਤੇ ਫਿਰ ਜਸਵਿੰਦਰ ਧਾਲੀਵਾਲ ਦੀ ਉਸ ਤਰ੍ਹਾਂ ਦੇ ਨਾਲ ਜਦੋਂ ਚਲੋ ਪਹਿਲਾਂ ਵਿਧਾਇਕ ਤੌਰ 'ਤੇ ਤਾਂ ਦੇਖਿਆ ਜਾਵੇ ਕਈ ਵਾਰ ਕੰਮ ਹੁੰਦਾ, ਲੋਕਲ ਤੌਰ 'ਤੇ ਬੰਦਾ ਕਰਦਾ ਰਹਿੰਦਾ, ਪਰ ਐਜ਼ ਏ ਮੁੱਖ ਮੰਤਰੀ ਹੋਣ ਤੋਂ ਬਾਅਦ ਜਸਵਿੰਦਰ ਧਾਲੀਵਾਲ ਚੰਨੀ ਹੋਰਾਂ ਦੇ ਨਾਲ ਨਹੀਂ ਦਿਖੇ ਕਦੇ। ਨਹੀਂ, ਉਹਨਾਂ ਕੋਲ ਟਾਈਮ ਵੀ ਐਜ਼ ਏ CM ਟਾਈਮ ਵੀ ਬਹੁਤ ਥੋੜ੍ਹਾ। 3 ਮਹੀਨੇ ਮਿਲੇ ਆ ਉਹਨਾਂ ਨੂੰ। ਉਹ ਆਪਣੇ 3 ਮਹੀਨਿਆਂ ਦੇ ਵਿੱਚ ਇੱਕ ਤਾਂ ਸਿੱਧੂ ਅਤੇ ਇਹਨਾਂ ਦੀ ਆਪਸੀ ਲੜਾਈ ਨੇ ਕਾਂਗਰਸ ਦਾ ਬਹੁਤ ਮਾੜਾ ਹਾਲ ਕੀਤਾ।
ਤੇ ਇਹਨਾਂ ਦੀ ਉਹ ਇਹ ਅਨਾਊਂਸਮੈਂਟਾਂ ਕਰੀ ਜਾਂਦਾ, ਐਲਾਨ ਕਰਤੇ। ਹੁਣ ਕੈਪਟਨ ਸਾਹਿਬ ਦੇ ਕਹਿਣ ਦਾ ਮਤਲਬ ਵੀ ਜਿਹੜਾ ਐਲਾਨ ਕਰਨਾ, ਉਹਨੂੰ ਐਲਾਨ ਨੂੰ ਪ੍ਰੈਕਟੀਕਲ ਸ਼ੇਪ ਦੇਣ ਦੇ ਵਿੱਚ ਘੱਟ ਤੋਂ ਘੱਟ ਸਾਲ 1.5 ਸਾਲ ਲੱਗ ਜਾਂਦਾ। ਜਿਹੜਾ ਤੁਸੀਂ ਅੱਜ ਨੀਂਹ ਪੱਥਰ ਰੱਖਦੇ ਹੋ ਤਾਂ ਉਹਦਾ ਨੀਂਹ ਪੱਥਰ ਪੂਰੀ ਬਿਲਡਿੰਗ ਬਣਨ ਨੂੰ 1.5 ਸਾਲ 2 ਸਾਲ ਦਾ ਟਾਈਮ ਲੱਗਦਾ। ਇਸ ਲਈ ਉਹ ਐਲਾਨ ਤਾਂ ਜੋ ਇਹ ਐਲਾਨ ਕਰਦੇ ਪਿੱਛੋਂ ਸਿੱਧੂ ਇਹਨਾਂ ਦੇ ਪੋਚੇ ਫਿਰੀ ਜਾਂਦਾ। ਤਾਂ ਇਹਨਾਂ ਨੇ ਆਪਣਾ ਜਿਹੜਾ ਐਜ਼ ਏ CM ਹੈ ਆਪਣਾ ਸਫ਼ਰ ਐਂ ਕੱਢਤਾ। ਬਾਕੀ ਇਹਨਾਂ ਨੇ ਸਫ਼ਰ ਜਿਹੜਾ ਆਪਣਾ ਕਿਤੇ ਗਏ, ਕਿਤੇ ਚੀਫ ਗੈਸਟ ਹੈ ਤੇ ਉੱਥੇ ਭੰਗੜੇ ਪਾਉਣ ਲੱਗੇ। ਇਹਨਾਂ ਨੇ ਮਤਲਬ ਜਿਹੜੀ CM ਦੀ ਕੁਰਸੀ ਦੀ ਮਰਿਆਦਾ, ਇੱਕ ਪ੍ਰੋਟੋਕੋਲ, ਇੱਕ ਡੈਕੋਰਮ, ਉਹ ਮੈਨੂੰ ਪਸੰਦ ਨਹੀਂ ਆਇਆ। ਫਿਰ ਧਾਲੀਵਾਲ ਨੇ ਨਹੀਂ ਕਦੇ ਰੋਕਿਆ ਹੈਗਾ? ਚਲੋ ਹੁਣ ਤਾਂ ਭਾਜਪਾ ਜੁਆਇਨ ਕਰ ਗਏ, ਪਰ ਇਦੋਂ ਪਹਿਲਾਂ ਤਾਂ ਪਰਿਵਾਰਕ ਤੌਰ ਤੇ ਤਾਂ ਖੈਰ ਅੱਗੇ ਵੀ ਜਾਂਦੇ ਰਹੋਗੇ, ਪਰ ਕਦੇ ਕਿਹਾ ਨਹੀਂ ਹੈਗਾ ਵੀ ਤੁਸੀਂ ਇਹ ਕੀ ਉਹ ਕਰੀਏ? ਪਰ ਉਹ ਤਾਂ ਕਹਿੰਦੇ ਮੈਂ ਤਾਂ ਆਮ ਬੰਦਾ, ਕਹਿੰਦੇ ਮੈਂ ਤਾਂ ਆਮ ਬੰਦਿਆਂ ਵਾਂਗੂ ਆਈ ਕਰ। ਨਹੀਂ, ਆਮ ਬੰਦਾ ਗਰੀਬ ਬੰਦਾ ਤਾਂ ਹੈ ਨਹੀਂ। ਐਡੀ ਸਾਡੇ ਪਰਿਵਾਰ 'ਤੇ ਸ਼ੁਰੂ ਤੋਂ ਜਦੋਂ ਦੇ ਬਚਪਨ ਤੋਂ ਲੈ ਕੇ ਹੋ ਰਿਹਾ, ਗਰੀਬੀ ਨਾਂ ਦੀ ਤਾਂ ਸਾਡੇ ਪਰਿਵਾਰ 'ਚ ਬਾਬੇ ਦੀ ਕਿਰਪਾ ਰਹੀ ਹੈ। ਗਰੀਬੀ ਨਾਂ ਦੀ ਤਾਂ ਕੋਈ ਨਹੀਂ, ਇਹ ਗਲਤ ਰਿਪੀਟ। ਇਹ ਕਹਿੰਦੇ ਨੇ ਜਿਹੜੀ ਗੱਲਾਂ ਜੀ, ਦੇਖੋ ਜੀ, ਇਹ ਤਾਂ ਹੁਣ ਜਿਵੇਂ ਮੋਦੀ ਸਾਹਿਬ ਨੂੰ ਕਹਿੰਦੇ ਵੀ ਚਾਹ ਬਣਾਉਣ ਵਾਲਾ ਸੀ, ਇਹ ਉਹਨਾਂ ਦੀ ਰੀਸ ਕਰਦੇ ਆ ਵੀ ਮੈਂ ਆਪਣਾ ਰਿਕਸ਼ਾ ਚਲਾਉਣ ਵਾਲਾ ਸੀ, ਫਲਾਣਾ। ਰਿਕਸ਼ਾ ਕਿਹੜਾ ਜ਼ਮਾਨਾ ਸੀ, ਮੈਂ ਇਕੱਠੇ ਜੰਮੇ ਪਲੇ ਸੀ। ਕਦੇ ਕੋਈ ਇੱਦਾਂ ਦੀ ਸਾਡੇ ਪਰਿਵਾਰ 'ਚ ਇੱਦਾਂ ਦੀ ਕੋਈ ਗੱਲ ਨਹੀਂ ਵੀ ਹਾਂ ਵੀ ਗਰੀਬੀ ਨਾਂ ਦੀ ਚੀਜ਼ ਜਿਵੇਂ ਕਹੀਏ ਆਪਾਂ, ਬਿਲਕੁਲ ਨਹੀਂ। ਪਰ ਇਹ ਤਾਂ ਦੇਖਿਆ ਜਾਵੇ ਹੁਣ ਤਾਂ ਖੈਰ ਚੁਟਕਲੇ ਵੀ ਬਣ ਗਏ, ਉਦੋਂ ਬਾਅਦ ਚ ਬਹੁਤ ਸਾਰੀਆਂ ਗੱਲਾਂ ਖੈਰ ਹੁੰਦੀਆਂ ਹੀ ਨੇਗੀਆਂ ਜਦੋਂ ਲੀਡਰਾਂ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਕਈ ਵਾਰ ਜੁੜ ਜਾਂਦੀਆਂ ਨੇ। ਤੁਸੀਂ ਘੱਟੋ ਘੱਟ ਸਮਝਦੇ ਹੋ ਵੀ ਜਿੰਨੇ ਐਲਾਨ ਕਰੇ ਆਖਰਕਾਰ ਚਲੋ ਵਿਰੋਧੀ ਤਾਂ ਕਹਿੰਦੇ ਹੁੰਦੇ ਨੇਗੇ, ਪਰ ਹੁਣ ਤਾਂ ਇਕੱਲੇ ਤੁਸੀਂ ਵਿਰੋਧੀ ਨਹੀਂ, ਪਰ ਤੁਸੀਂ ਪਰਿਵਾਰਕ ਤੌਰ ਤੇ ਵੀ ਹੋ। ਤੁਹਾਨੂੰ ਲੱਗਿਆ ਕਿ ਆਖਰ ਚੰਨੀ ਹੋਰਾਂ ਨੇ ਇਕੱਲੇ ਐਲਾਨ ਨਹੀਂ ਕਰੇ, ਕੰਮ ਕਰਕੇ ਦਿਖਾਇਆ, ਕਮ ਸੇ ਕਮ ਚਲੋ ਇੰਨਾ ਤਾਂ ਕਰਿਆ। ਕੰਮ ਤਾਂ ਹੁਣ 4.5 ਸਾਲ 'ਚ ਕੈਪਟਨ ਸਾਹਿਬ ਕਰ ਗਏ। ਇਹ ਤਾਂ ਉਹਨਾਂ ਦੇ ਜਿਹੜੇ ਪਾਲਿਸੀ, ਉਹ ਪਾਲਿਸੀ ਨੂੰ ਫਾਈਨਲ ਟੱਚ ਦਿੱਤਾ। ਫਾਈਨਲ ਟੱਚ ਵੀ ਕਾਹਦਾ, ਜਦੋਂ ਨੀਂਹ ਪੱਥਰੇ 'ਤੇ ਰੱਖ ਕੇ ਇਹਨਾਂ ਨੂੰ ਰਿਕਾਰਡ ਲੱਗ ਗਿਆ। ਠੀਕ ਹੈ ਨਾ ਜੀ। ਅਤੇ ਉਹ ਗੱਲ ਆ ਵੀ ਇਹ ਚੀਜ਼ ਕੋਡ ਐਲਾਨ ਕਰਕੇ ਕੋਡ ਲੱਗਣੇ। ਬਾਕੀ ਇਹ ਤਾਂ ਭਰਾ ਹੈ, ਰਹਿਣੇ ਹੀ ਅਸੀਂ। ਪਾਰਟੀ ਤਾਂ ਜਿੱਥੇ ਤੱਕ ਪਾਰਟੀ ਨਾਲ ਸੰਬੰਧਿਤ ਹੈ, ਉਹ ਇਹਨਾਂ ਦੇ ਜਿਹੜੇ ਹੁਣ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਕੋਲ ਮੋਦੀ ਸਾਹਿਬ ਤੋਂ ਇਲਾਵਾ ਆਪੋਜੀਸ਼ਨ ਕੋਲ ਪ੍ਰਾਈਮ ਮਿਨਿਸਟਰ ਦਾ ਦਾਦੜ ਕਿਹੜਾ ਕੈਂਡੀਡੇਟ ਹੈ। ਅਸੀਂ ਉੱਧਰ ਤਾਂ ਕਿ ਅਸੀਂ ਪ੍ਰਭਾਵਿਤ ਹੋ ਕੇ ਕਾਂਗਰਸ ਨਾ ਛੱਡਦੇ। ਉੱਪਰ ਇਹਨਾਂ ਦਾ ਸਿਰੇ 'ਤੇ ਕੋਈ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹੀ ਨਹੀਂ। ਮੈਚੋਰ ਜਿਹੜਾ ਕੈਂਡੀਡੇਟ ਕਹੀਏ ਆਪਾਂ। ਇਸ ਕਰਕੇ ਮੈਂ ਮੋਦੀ ਸਾਹਿਬ ਨਾਲ ਇਹ ਹੈ ਕਿ ਜਿਹੜੇ 5 ਤਰੀਕ ਨੂੰ ਮੋਦੀ ਸਾਹਿਬ ਨਾਲ ਵਿਹਾਰ ਕੀਤਾ, ਉਹ ਬਹੁਤ ਮਾੜਾ ਕੀਤਾ। ਕਿਉਂਕਿ ਮੋਦੀ ਸਾਹਿਬ ਇੱਥੇ ਕੁਝ ਦੇਣ ਆਏ ਸੀ, ਲੈਣ ਨਹੀਂ ਆਏ ਸੀ। ਪ੍ਰਾਈਮ ਮਿਨਿਸਟਰ ਇੱਥੇ ਆਉਣ, ਹੁਣ ਤੁਸੀਂ ਅਕਸਰ ਦੇਖਿਆ ਹੋਣਾ, ਜਦੋਂ ਵੀ ਆਪਣਾ ਸਟੇਟ ਵਾਸਤੇ ਚੀਫ ਮਿਨਿਸਟਰ ਦਿੱਲੀ ਜਾਂਦਾ, ਚਾਹੇ ਕਿਸੇ ਵੀ ਸਟੇਟ ਦਾ ਹੋਵੇ, ਉਹ ਆਪਣਾ ਬੁੱਕੇ ਲੈ ਕੇ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈਂਦੇ ਆ, ਫਿਰ ਹੋਮ ਮਿਨਿਸਟਰ ਤੋਂ ਟਾਈਮ ਲੈਂਦੇ ਆ ਲਾ ਐਂਡ ਆਰਡਰ ਵਾਸਤੇ, ਅਤੇ ਕੋਈ ਗ੍ਰਾਂਟ ਲੈਣੀ ਹੈ ਤਾਂ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈਂਦੇ ਆ। ਅਤੇ ਉੱਥੇ ਮਤਲਬ ਇਹ ਹੈ ਕਿ ਇਹਨਾਂ ਨੂੰ, ਉਹ ਤਾਂ ਮੋਦੀ ਸਾਹਿਬ ਹੁਣ ਪ੍ਰਾਈਮ ਮਿਨਿਸਟਰ ਹੀ ਜਦੋਂ ਤੁਹਾਡੇ ਘਰ ਚੱਲ ਕੇ ਆ ਗਏ, ਅਤੇ ਉਹਨਾਂ ਨੂੰ ਇੱਕ ਰਿਸੀਵ ਨਹੀਂ ਕਰਨਾ, ਪ੍ਰੋਟੋਕੋਲ ਉਹਦੀ ਮਤਲਬ ਇੱਕ ਬਣਦੀ ਨਹੀਂ ਗੱਲ। ਅਤੇ ਉਹਨੂੰ ਰਿਸੀਵ ਨਹੀਂ ਕਰਨਾ, ਉਲਟਾ ਉਹਨਾਂ ਨੂੰ ਉੱਥੇ 20 ਮਿੰਟ ਉੱਥੇ ਜਿਹੜਾ ਹਰਾਸਮੈਂਟ ਹੋਈ ਹੈ, ਅਤੇ ਜੋ ਵੀ ਉਹਦੀ ਹੈਡ ਦੀ ਘਟਨਾ ਹੈ, ਸੁਪਰੀਮ ਕੋਰਟ ਤੋਂ ਲੱਗ ਜਾਏਗਾ ਪਤਾ, ਚੱਲ ਰਹੀ ਹੈ ਇਨਕੁਆਇਰੀ। ਤੋ ਮਤਲਬ ਉਹ ਬਹੁਤ ਬੜਾ, ਉਹ ਮੈਨੂੰ ਚੰਗਾ ਨਹੀਂ ਲੱਗਾ ਅਤੇ ਮੈਨੂੰ ਹੱਟ ਵੀ ਕੀਤਾ ਉਹ ਚੀਜ਼। ਕਿਹਾ ਨਹੀਂ ਹੈਗਾ ਕਦੇ ਵੀ ਆਖਰਕਾਰ ਕਈ ਚੀਜ਼ਾਂ 'ਤੇ ਤਾਂ ਭਾਈ ਤਾਂ ਇਹ ਵੀ ਗੱਲ ਕਹਿੰਦਾ ਹੁੰਦਾ ਵੀ ਇਹ ਭਾਈ ਤੂੰ ਠੀਕ ਨਹੀਂ ਕਰ ਰਿਹਾ, ਪਿੱਛੇ ਹੋ ਜਾ। ਸਿਆਸਤਦਾਨਾਂ ਦੇ ਅਮੂਮਨ ਤੌਰ 'ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਉਹਨਾਂ ਕੋਲ ਟਾਈਮ ਹੀ ਨਹੀਂ ਸੁਣਦਾ। ਫੋਨ ਮੈਨੂੰ ਲੱਗਦਾ 5 ਸਾਲ ਹੋ ਗਏ, ਹੁਣ 5 ਸਾਲ ਹੋਣ ਵਾਲੇ ਆ, ਮੇਰੇ ਨਾਲ ਫੋਨ 'ਤੇ ਤਾਂ ਗੱਲ ਹੀ ਨਹੀਂ, ਫੋਨ ਹੀ ਨਹੀਂ ਚੱਕਦਾ। ਨਹੀਂ, ਉਹ ਤਾਂ ਫਿਰ ਜੇ ਲੋਕਾਂ ਨੂੰ ਕਹੀਏ ਕਿ ਜੇ ਆਖਰਕਾਰ ਭਾਈ ਦੇ ਕਿਤੇ ਫੋਨ ਨਹੀਂ ਚੱਕਿਆ ਤਾਂ ਫਿਰ ਲੋਕਾਂ ਨਾਲ ਕੀ ਮੇਲ ਮਿਲਾਪ? ਅਤੇ ਲੋਕ ਹੁਣ ਕਰਕੇ ਦੇਖ ਲਓ। ਹੁਣ ਤੁਹਾਡੇ ਤੋਂ ਪਹਿਲਾਂ ਕੋਈ ਪੱਤਰਕਾਰ ਆਏ ਸੀ, ਉਹਨਾਂ ਨੇ ਮੇਰੇ ਤੋਂ ਇਹਨਾਂ ਦਾ ਫੋਨ ਨੰਬਰ ਲਿਆ, ਜਿਹੜਾ ਪੁਰਾਣਾ, ਸਭ ਤੋਂ ਪੁਰਾਣਾ ਨੰਬਰ ਹੈ ਜਿਹੜਾ ਇਹਨਾਂ ਦਾ, ਅਤੇ ਉਹਨਾਂ ਨੇ ਉਹਨਾਂ ਦਾ ਵੀ ਨਹੀਂ ਚੱਕਿਆ, ਪੱਤਰਕਾਰਾਂ ਦਾ ਨਹੀਂ ਚੱਕਿਆ। ਉੱਧਰ ਡੱਡਾ ਸਾਹਿਬ ਡੱਡਾ ਜੀ ਵੀ ਕਹਿੰਦੇ ਵੀ ਅਸੀਂ ਫੋਨ ਕੀਤਾ, ਫੋਨ ਉਹਨਾਂ ਦਾ ਨਹੀਂ ਚੱਕਿਆ। ਉਹ ਤਾਂ ਚੱਕਦੇ ਜੀ, ਸਾਰਾ ਪਰਿਵਾਰ ਹੀ ਨਹੀਂ ਚੱਕਦਾ। ਕੀ ਇਹ ਪ੍ਰਵਿਰਤੀ ਕਿਵੇਂ ਬਦਲ ਗਈ ਹੈ ਸਮੇਂ ਦੇ ਹਿਸਾਬ ਦੇ ਨਾਲ? ਕਿਉਂਕਿ ਪਹਿਲਾਂ ਦੋਸਤਾਂ ਮਿੱਤਰਾਂ ਵਾਂਗੂ ਇਕੱਠੇ ਰਹੇ ਹੋ, ਭਾਈ ਨਾਲੋਂ ਵੱਡਾ ਦੋਸਤੀ ਹੁੰਦੀ ਹੈ। ਜਦ ਤੁਸੀਂ ਹਮ ਉਮਰ ਸੀ, ਤੁਸੀਂ ਕਹਿੰਦੇ ਵੀ ਤੁਸੀਂ ਤਾਂ ਇਕੱਠੇ ਖੇਡੇ ਉੱਠੇ ਆਂਗੇ, ਕਰੇ ਆਂਗੇ, ਤਾਂ ਫਿਰ ਉਹ ਚੀਜ਼ਾਂ ਵੀ ਪਿੱਛੇ ਛੱਡਤੀਆਂ ਆਖਰਕਾਰ ਕਿਤੇ ਨਾ ਕਿਤੇ ਸਿਆਸਤ ਦੇ ਨਸ਼ੇ ਨੇ ਕਰਤੀਆਂ, ਜਾਂ ਵੈਸੇ ਹੀ ਸੁਭਾਵਕ ਤੌਰ 'ਤੇ ਵੀ ਇਸ ਤਰ੍ਹਾਂ ਦਾ ਹੈਗਾ ਚੰਨੀ ਹੈਗੇ ਨੇ? ਨਹੀਂ, ਇੱਦਾਂ ਦਾ ਤਾਂ ਹੈ ਹੀ ਨਹੀਂ। ਭਰਾ ਤਾਂ ਭਰਾ ਹੀ ਹੈ। ਮਤਲਬ ਗੱਲ ਹੈ ਵੀ ਜਿਹੜਾ ਨਾਲ ਕਈ ਵਾਰ ਤੁਹਾਡੇ ਜਿਹੜੇ ਹੁੰਦੇ ਐਡਵਾਈਜ਼ਰ ਹੁੰਦੇ ਆ, ਹੁਣ ਬੂਟਾ ਦਾ ਅਸੀਂ ਲਾਇਆ, ਠੀਕ ਹੈ, ਇੱਥੇ ਤੱਕ ਪਹੁੰਚਾਇਆ, ਅਤੇ ਹੁਣ ਜੇ ਸਾਡੇ ਨਾਲ ਹੀ ਇੱਦਾਂ ਮਤਲਬ ਗੱਲ ਕੁਛ ਨਹੀਂ ਹੈ ਤਾਂ ਭਰਾ ਹੀ ਹੈ। ਹੁਣ ਇਹ ਹੈ ਕਿ ਇਸੇ ਕਰਕੇ ਮੈਨੂੰ ਉਹਨਾਂ ਦੀ ਜਿਹੜੀ ਹੈਗਾ ਵੀ ਜਿਹੜਾ 5 ਤਰੀਕ ਨੂੰ ਮੋਦੀ ਸਾਹਿਬ ਨਾਲ ਜਿਹੜੇ ਕੀਤਾ, ਉਹ ਤੋਂ ਬਾਅਦ ਮੈਂ ਫਿਰ ਬੜ ਖੱਟਾ ਹੋ ਗਿਆ ਮੇਰਾ। ਫਿਰ ਮੈਂ 2-2.5 ਸਾਲ ਪਹਿਲਾਂ ਮੈਂ ਕਿਹਾ ਸੀ ਮੈਂ ਰਿਟਾਇਰਮੈਂਟ ਤੋਂ ਬਾਅਦ ਮੈਂ BJP ਜੁਆਇਨ ਕਰੂੰਗਾ। ਇਹਨਾਂ ਨੂੰ ਮੈਂ ਇੱਕ ਵਾਰ ਕਿਹਾ ਸੀ, ਮੈਂ ਕਿਹਾ ਕਾਂਗਰਸ ਦੇ ਵਿੱਚ ਮੈਨੂੰ ਮਸੀ ਪਠਾਣੇ ਤੋਂ ਟਿਕਟ ਦਵਾਓ।
ਇਹ ਕਹਿੰਦੇ ਸਿਟੀ ਐਮਐਲਏ ਦੀ ਕੱਟੀ ਨਹੀਂ ਜਾ ਸਕਦੀ। ਉਸ ਤੋਂ ਬਾਅਦ ਹੁਣ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ, ਫਿਰ ਚੇਅਰਮੈਨ ਦੀ ਦੇਖ ਲਿਓ, ਕਿਉਂਕਿ ਮੈਂ ਕਿਹਾ ਮੈਂ ਐਕਟਿਵਲੀ ਮੈਂ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਮੈਂ ਘਰੇ ਤਾਂ ਬੈਠਾ ਨਹੀਂ, ਸੋ ਇਹਨਾਂ ਕੋਲ ਟਾਈਮ ਹੀ ਨਹੀਂ। ਤਾਂ ਫਿਰ ਜਿਹੜਾ ਹੁਣ ਜਿਹੜਾ ਨੁਕਸਾਨ ਇਹਨਾਂ ਨੇ 5 ਤਰੀਕ ਨੂੰ ਪੰਜਾਬ ਦਾ ਐਜ ਏ ਸੀਐਮ, ਭਰਾ ਅੱਡ ਗੱਲ ਹੈ, ਭਰਾ ਮੇਰਾ ਹੈ, ਉਹ ਰਹਿਣੀ ਹੈ ਸਾਰੀ ਉਮਰ ਮਰਦੇ ਦਮ ਤੱਕ। ਅਤੇ ਗੱਲ ਇਹ ਹੈ ਵੀ ਜਿਹੜਾ ਪੰਜਾਬ ਦਾ ਐਜ ਏ ਸੀਐਮ ਜਿਹੜੇ ਰੋਲ ਅਦਾ ਕੀਤਾ ਵੀ ਉਹਨਾਂ ਨੂੰ ਮੋਦੀ ਸਾਹਿਬ ਦੀ ਰੈਲੀ ਹੋਣਾ, ਰੈਲੀ ਅੱਡ ਗੱਲ ਹੈ, ਜਿਹੜਾ ਉਹ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਚੀਜ਼ ਦੇਣ ਆਏ ਸੀ, ਅਨਾਊਂਸਮੈਂਟ ਕਰਨ ਆਏ ਸੀ, ਚਾਹੇ ਉਹ ਕਰਜ਼ਾ ਲਾ ਲਓ, ਚਾਹੇ ਉਹ ਕੋਈ ਬੰਦੀ ਕੈਦੀਆਂ ਨੂੰ ਛੱਡਣਾ ਸੀ, ਜਾਂ ਕੋਈ ਪ੍ਰੋਜੈਕਟ ਲਾਉਣੇ ਸੀ, PGI ਵਾਲਾ ਜਿਹੜਾ ਪ੍ਰੋਜੈਕਟ ਸੀਗਾ ਔਨਲਾਈਨ ਵਾਲਾ, ਇਹ ਬਹੁਤ ਵੱਡੇ ਪ੍ਰੋਜੈਕਟ ਸੀ, ਜਿਹੜਾ ਕਿ ਅੱਗੇ ਉਹਨਾਂ ਨੂੰ ਇਸ ਵੀ ਕੋਰਟ ਲੱਗ ਜਾਣਾ। ਮੋਦੀ ਸਾਹਿਬ ਇਸ ਕਰਕੇ ਅਸੀਂ ਕੋਰਟ ਤੋਂ ਪਹਿਲਾਂ ਮੈਂ ਅਨਾਊਂਸਮੈਂਟ ਕਰਦਾ। ਉੱਧਰ ਇਹਨਾਂ ਦੀ ਇਹ ਘਟੀਆ ਹਰਕਤ ਨੇ ਫਿਰ ਉਹ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਐਜ ਏ ਸੀਐਮ, ਭਰਾ ਨਹੀਂ ਐਜ ਏ ਸੀਐਮ ਪੰਜਾਬ ਦਾ ਨੁਕਸਾਨ ਕੀਤਾ, ਉਹਦੀ ਕਾਰਗੁਜ਼ਾਰੀ 'ਤੇ ਮੈਨੂੰ ਅਫਸੋਸ ਹੈ। ਅਤੇ ਮੈਂ ਇਸ ਕਰਕੇ ਫਿਰ ਮੈਂ ਕਿਹਾ ਮੈਂ ਜਲਦੀ ਤੋਂ ਜਲਦੀ ਹੁਣ BJP ਜੁਆਇਨ ਕਰਕੇ ਜਿਹੜਾ ਪੰਜਾਬ ਦਾ ਹੁਣ ਜੇ ਅਗਰ BJP ਦੀ ਸਰਕਾਰ ਪੰਜਾਬ 'ਚ ਆਉਂਦੀ ਹੈ, ਠੀਕ ਹੈ, ਪੰਜਾਬ 'ਚ BJP ਦਾ ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਦੇ ਸਹਿਯੋਗ ਨਾਲ BJP ਦਾ ਚੀਫ ਮਿਨਿਸਟਰ BJP ਦਾ ਹੋਊਗਾ, ਸੈਂਟਰ 'ਚ BJP ਹੋਈ, ਸਾਨੂੰ ਉੱਥੇ ਸਾਡੇ CM ਨੂੰ ਬੁੱਕੇ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ। ਅਗਰ ਦੂਰਦੇਸ਼ੀ ਐਂਗਲ ਨਾਲ ਦੇਖੀਏ ਆਪਾਂ, ਸਾਡੇ CM ਨੂੰ ਬੁੱਕੇ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ, ਫੋਨ 'ਤੇ ਗਰਾਂਟਾਂ ਆ ਜਾ ਕਰਨਗੀਆਂ, ਠੀਕ ਨਹੀਂ। ਅਤੇ ਇਹ ਚੀਜ਼ ਮਤਲਬ ਵੀ ਅਗਰ ਚੀਫ ਮਿਨਿਸਟਰ BJP ਦਾ ਹੋਊਗਾ ਤਾਂ ਸੈਂਟਰ 'ਚ 24 ਤੱਕ ਤਾਂ ਮੋਦੀ ਸਾਹਿਬ BJP ਦੀ ਸਰਕਾਰ ਸੈਂਟਰ 'ਚ ਹੈਗੀ ਹੈ ਨਾ ਜੀ, ਅਤੇ ਫਿਰ 24 ਤੱਕ ਤਾਂ ਆਪਣੇ ਬਹੁਤ ਕੁਛ ਹੋ ਜਾਣਾ। अब 1.5-2 ਮਹੀਨੇ ਤਾਂ ਸਰਕਾਰ ਬਣ ਜਾਣੀ ਹੈ। ਅਗਰ BJP ਦੀ ਬਣੂਗੀ ਫਿਰ ਮਤਲਬ ਤੁਸੀਂ ਵਿਰੋਧ ਨਹੀਂ ਸਮਝਦੇ ਹੈਗੇ, ਕਿਉਂਕਿ ਆਖਰਕਾਰ ਚੰਨੀ ਹੋਰੇ ਤਾਂ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਆ, BJP ਤਾਂ ਕਿਸਾਨਾਂ ਦੀ ਧੋਖੀ ਪਾਰਟੀ ਆ। ਬਿਲਕੁਲ ਨਹੀਂ, ਉਹਨਾਂ ਤੁਸੀਂ ਪਹਿਲਾਂ ਉਹਨਾਂ ਨੇ 3 ਕਾਨੂੰਨ ਵਾਪਸ ਲਿੱਤੇ ਅਤੇ ਮਾਫੀ ਵੀ ਮੰਗੀ ਹੈ ਮੋਦੀ ਸਾਹਿਬ ਨੇ, ਮਾਫੀ ਵੀ ਮੰਗੀ ਹੈ ਪ੍ਰਾਈਮ ਮਿਨਿਸਟਰ ਨੇ। ਅਤੇ ਤੁਸੀਂ ਜਦੋਂ 5 ਤਰੀਕ ਨੂੰ ਆਏ ਆ, ਕੀ ਪਤਾ ਕਿਸਾਨਾਂ ਦੇ ਨਾਲ ਹੋਰ ਕੋਈ ਕੁਛ ਵੱਡਾ ਐਲਾਨ ਕਰ ਜਾਂਦੇ ਇਹਨਾਂ ਨੂੰ। ਚੰਨੀ ਤੁਹਾਨੂੰ ਲੱਗਦਾ ਵੀ ਸ਼ੁਰੂ ਤੋਂ ਇਸ ਸੁਭਾਅ ਦੇ ਮਾਲਕ ਹੈਗੇ ਨੇ ਉਹ, ਵੀ ਇਸ ਤਰ੍ਹਾਂ ਦੇ ਨਾਲ ਨਾ ਕਿਸੇ ਨੂੰ ਗੈਸਟ ਨੂੰ ਨਾ ਅੱਗੇ ਤੋਂ ਆਨਰ ਕਰਨ, ਤੇ ਕੋਈ ਆਵੇ ਤਾਂ ਅੱਗੇ ਮਹਿਮਾਨ ਆਵੇ ਤੇ ਉਹਦੀ ਇਸ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਨਾ ਹੋਵੇ? ਨਹੀਂ ਇੱਦਾਂ ਤਾਂ ਨਹੀਂ ਹੈ, ਨਹੀਂ ਸੀ ਇੱਦਾਂ ਦਾ। ਤੇ ਫਿਰ ਉਹ ਕਿਵੇਂ ਗਿਆ? ਸਮੇਂ ਦੇ ਹਿਸਾਬ ਦੇ ਨਾਲ ਫਰਕ ਪੈ ਗਿਆ। ਉਹ ਤਾਂ ਵੀ ਹੁਣ ਇਹ ਰੱਬ ਜਾਣਦੇ ਜੀ। ਤੇ ਜੇ ਹੁਣ ਪਾਰਟੀ ਨੇ ਚੰਨੀ ਦੇ ਖਿਲਾਫ ਹੀ ਟਿਕਟ ਦਿੱਤੀ ਫਿਰ ਕੀ ਕਰੋਗੇ? ਕਿਹਨੂੰ? ਤੁਹਾਨੂੰ? ਮੈਂ ਤਾਂ ਹੁਣ ਪਾਰਟੀ ਕੱਲ੍ਹ ਨੂੰ ਕਹਿ ਦੇ ਵੀ ਮਜ਼ਬੂਤ ਕੈਂਡੀਡੇਟ ਜਸਵਿੰਦਰ ਧਾਲੀਵਾਲ ਭਾਈ ਦੇ ਸਾਹਮਣੇ ਭਾਈ ਨੂੰ ਖੜਾ ਕਰ ਦੋ, ਜਿਹੜਾ ਬੰਦਾ ਚੰਨੀ ਹੋਰਾਂ ਨੂੰ ਬੂਟਾ ਲਾ ਕੇ ਖੜਾ ਕਰ ਸਕਦਾ, ਤਾਂ ਖੁਦ ਉਹਨੂੰ ਇਹ ਵੀ ਪਤਾ ਵੀ ਆਖਰਕਾਰ ਫਿਰ ਕਿੱਥੇ ਜਾ ਕੇ ਆਪਦੀ ਪਾਰਟੀ ਨੂੰ ਮਜ਼ਬੂਤ ਕਰਨਾ। ਦੇਖੋ ਹੁਣ ਤਾਂ ਮੈਂ BJP ਦਾ ਫੌਜੀ ਹੈ, ਹਾਈ ਕਮਾਂਡ ਆਪਣੇ ਫੌਜੀ ਨੂੰ ਜਿਹੜੇ ਮਰਜ਼ੀ ਬਾਰਡਰ ਤੋਂ ਲੜਾ ਦੇਵੇ, ਮੈਂ ਤਿਆਰ ਹਾਂ। ਤੇ ਫਿਰ ਕੱਲ੍ਹ ਨੂੰ ਵਿਰੋਧੀ ਧਿਰ ਤਾਂ ਹੋ ਕੇ ਤਾਂ ਫਿਰ ਕੱਲ੍ਹ ਨੂੰ ਬੋਲਣਾ ਵੀ ਡਟ ਕੇ ਪੈ ਸਕਦਾ, ਫਿਰ ਚੰਨੀ ਖਿਲਾਫ ਬੋਲ ਨਿਕਲ ਜਾਣਗੇ। ਨਹੀਂ, ਚੰਨੀ ਤਾਂ ਇੱਕ ਚੀਫ ਮਿਨਿਸਟਰ ਦੀ ਗੱਲ ਕਰਦਾ, ਚੰਨੀ ਤਾਂ ਮੇਰਾ ਭਰਾ, ਉਹ ਸਾਡਾ ਫੈਮਿਲੀ ਰਿਸ਼ਤਾ ਨਹੀਂ, ਕੋਈ ਹੈ ਫੈਮਿਲੀ, ਉਹ ਤਾਂ ਨਹੀਂ ਖਤਮ ਹੁੰਦਾ। ਪਰ ਗੱਲ ਜਦੋਂ ਆ ਜਾਂਦੀ ਹੈ ਸਾਹਮਣੇ, ਉਧਰੋਂ ਦਾਅਵੇਦਾਰੀ ਚੰਨੀ ਹੋ ਰਹਿੰਦੀ ਆ, ਉਧਰੋਂ ਦਾਅਵੇਦਾਰੀ ਤੁਹਾਡੀ ਆ, ਸਾਹਮਣੇ ਆਊਗਾ ਤਾਂ ਇੱਕ ਜਾਣੀ। ਉਹ ਤਾਂ ਪਾਰਟੀਆਂ ਦੇ ਅਸੂਲਾਂ ਦੀ, ਪਾਰਟੀ ਦੇ ਜੋ ਸਾਡਾ ਮੈਨੀਫੈਸਟੋ ਹੋਊਗਾ ਉਹਨਾਂ ਦਾ ਮੈਨੀਫੈਸਟੋ ਡਿਸਕਸ ਕਰਾਂਗੇ। ਏਜੰਡਾ ਸਾਡਾ ਮੈਨੀਫੈਸਟੋ ਨਾ ਕਿ ਸਾਡੀ ਫੈਮਿਲੀ। ਅਸੀਂ ਮੈਨੀਫੈਸਟੋ 'ਤੇ ਬੋਲਾਂਗੇ, ਜੋ ਮੈਨੀਫੈਸਟੋ ਕਾਂਗਰਸ ਦਾ ਉਹ ਬੋਲੂਗੀ, ਜੋ ਸਾਡਾ BJP ਦਾ ਮੈਨੀਫੈਸਟੋ ਹੋਊਗਾ ਅਸੀਂ ਆਪਣੀ BJP ਉਹ ਤੋਂ ਬੋਲਾਂਗੇ। ਪਰ ਦੱਸੋ ਕੱਲ੍ਹ ਦੀ ਜੇ ਕਹੀਏ ਕਿ ਤੁਸੀਂ ਜਦੋਂ ਹੁਣ BJP ਜੁਆਇਨ ਕਰ ਲਈ, BJP ਜੁਆਇਨ ਕਰਨ ਤੋਂ ਬਾਅਦ ਚੰਨੀ ਹੋਰਾਂ ਦਾ ਕੋਈ ਫੋਨ ਆਇਆ? ਕਮ ਸੇ ਕਮ ਵਧਾਈਆਂ ਆਈਆਂ ਵੀ ਚਲੋ ਕੋਈ ਨਹੀਂ, ਰਸਤਾ ਭਾਵੇਂ ਅਲੱਗ ਸਹੀ, ਪਰ ਭਾਈ ਨੂੰ ਮੁਬਾਰਕ? ਨਹੀਂ, ਉਹਨਾਂ ਕੋਲ ਟਾਈਮ ਹੈ ਨਹੀਂ, ਸਬਰ ਹੀ ਹੈ ਇਸ ਜਲਦੀ। ਉਹਨਾਂ ਨੇ ਇੱਕ ਤਾਂ CM ਦੀ ਐਕਟਿੰਗ CM ਕੰਮ ਕਰ ਰਹੇ ਆ, ਉਲਟਾ ਹੁਣ ਇਲੈਕਸ਼ਨ ਆ ਗਏ, ਇਸ ਲਈ ਕਈ ਵਾਰ ਨਹੀਂ ਹੁੰਦਾ ਟਾਈਮ। ਇਸ ਲਈ ਹੁਣ ਦੇਖਾਂਗੇ ਜਦੋਂ ਟਿਕਟ ਅਨਾਊਂਸ ਹੋ ਜਾਣੀ ਹੈ, ਉਸ ਤੋਂ ਬਾਅਦ ਫਿਰ ਭੱਜਦਿਆਂ ਨੂੰ ਬਾਹਰ ਤਾਂ ਇੱਕੋ ਜਿਹਾ। ਪਰ ਦੇਖਿਆ ਜਾਵੇ ਭੱਜਦਿਆਂ ਨੂੰ ਬਾਣ ਭਾਵੇਂ ਇੱਕੋ ਜਿਹਾ, ਪਰ ਦੇਖਿਆ ਜਾਵੇ ਹਾਲਾਤ ਬੜੇ ਫਰਕ ਪੈ ਜਾਂਦੇ ਨੇ। ਇੱਕ ਤਾਂ ਹੁੰਦਾ ਕੋਈ ਹੋਰ ਪੂਰੇ ਸ਼ਖਸ, ਅਸੀਂ ਉਹਨੂੰ ਉਸ ਹਿਸਾਬ ਨਾਲ ਪੁੱਛਦੇ ਵੀ ਆਖਰਕਾਰ ਪਾਲਿਸੀਆਂ ਜੀ, ਜਿਵੇਂ ਹੁਣ ਤੁਸੀਂ ਵੀ ਹਾਲਾਂਕਿ ਇਹ ਗੱਲ ਕਹੀ ਹੈ ਵੀ ਕਾਂਗਰਸ ਨੇ ਕੀਤਾ ਕੀ, ਪਰ ਇੰਨੇ 5 ਸਾਲਾਂ 'ਚ ਤੁਹਾਨੂੰ ਲੱਗਦਾ ਵੀ ਆਖਰਕਾਰ ਕਾਂਗਰਸ ਨੇ ਕੋਈ ਇਹੋ ਜਿਹਾ ਬੂਟਾ ਲਾਇਆ? ਭਾਵੇਂ CM ਬਦਲ ਗਏ, ਚੰਨੀ ਕੋਲ ਸਮਾਂ ਥੋੜ੍ਹਾ ਸੀਗਾ, ਪਰ ਉਹਨਾਂ ਨੇ ਉਹ ਖੁਦ ਕਹਿੰਦੇ ਨੇ ਇਹ ਗੱਲ ਕਿ ਆਖਰਕਾਰ ਹਰ ਇੱਕ ਦਿਨ ਮੈਂ ਰਾਤ ਨੂੰ ਵੀ ਸੋਇਆ ਨਹੀਂ ਹੈਗਾ ਪੂਰੀ ਚੰਗੀ ਤਰ੍ਹਾਂ, ਤਾਂ ਕਿ ਪੰਜਾਬ ਵਾਸਤੇ ਸੇਵਾ ਕਰ ਸਕਾਂ। ਤੁਹਾਨੂੰ ਲੱਗੀ ਇਹ ਚੀਜ਼ ਦੇ ਕਿ ਆਖਰਕਾਰ ਹੋਰ ਨਹੀਂ ਤਾਂ ਚਲੋ ਭਾਈ ਨੇ ਪਹਿਲਾਂ ਮੰਤਰੀ ਦੇ ਤੌਰ ਤੇ ਫਿਰ ਉਦੋਂ ਬਾਅਦ ਦੇ ਵਿੱਚ CM ਦੇ ਤੌਰ ਤੇ ਕੋਈ ਕਿਤੇ ਚੰਗਾ ਕੰਮ ਕੀਤਾ? ਚੰਗਾ ਦਿਖਿਆ ਤਾਂ ਹੈ ਨਹੀਂ, ਕਾਗਜ਼ਾਂ 'ਚ ਭਾਵੇਂ ਹੋ ਸਕਦਾ। ਅੱਛਾ, ਦਿਖਿਆ ਹੈ ਨਹੀਂ? ਦੇਖਿਆ ਸਾਰਾ ਪੰਜਾਬ ਨੂੰ ਦਿਖਦਾ।
ਕਿਉਂਕਿ ਨੇੜੇ ਵਾਲੇ ਬੰਦੇ ਦਾ ਫਰਕ ਹੁੰਦਾ ਨਾ। ਹੁਣ ਤੁਸੀਂ ਤਾਂ ਜਿਸ ਤਰ੍ਹਾਂ ਦੇ ਨਾਲ ਘਰੇ ਉਧਾਰੇ ਜਾਂਦੇ ਹੋਗੇ, ਤੁਹਾਨੂੰ ਤਾਂ ਸਿਕਿਉਰਿਟੀ ਵਾਲੇ ਰੋਕਦੇ ਨਹੀਂ ਹੋਣੇ, ਕਿਉਂਕਿ ਸਾਡੇ ਵਰਗੇ ਨੂੰ ਤਾਂ ਚਲੋ ਰੋਕ ਲਾਂਗੇ। ਨਹੀਂ ਨਹੀਂ ਨਹੀਂ, ਉਹ ਤਾਂ ਸਾਡਾ ਪਰਿਵਾਰਕ ਰਿਲੇਸ਼ਨ ਹੈ। ਐਜ਼ ਏ ਕੋਈ ਮਤਲਬ ਮੁਲਾਜ਼ਮ ਜਾਂ ਉਹ ਸਾਈਕਲ ਤੋਂ ਤਾਂ ਨਹੀਂ ਗਏ, ਉਹ ਤਾਂ ਸਾਡਾ ਪਰਿਵਾਰਕ ਰਿਲੇਸ਼ਨ ਹੈ, ਉਹ ਤਾਂ ਰਹਿਣਾ ਹੀ ਸਾਰੀ ਉਮਰ। ਅਤੇ ਉੱਦਾਂ ਦੀ ਤਾਂ ਕੋਈ ਰੋਕ ਟੋਕ ਨਹੀਂ ਸਾਨੂੰ। ਤੇ ਫਿਰ ਹੁਣ ਨਹੀਂ ਘਰੋਂ ਬਾਕੀ ਕਿਸੇ ਦਾ ਫੋਨ ਆਇਆ? ਪਰਿਵਾਰਕ ਤੌਰ ਤੇ ਤਾਂ ਚਲੋ ਹੋਰ ਨਹੀਂ, ਇੱਕ ਸ਼ੁਰੂਆਤ ਨਵੀਂ ਆ ਦੇਖਿਆ ਜਾਵੇ ਪਾਰਟੀ ਦੀ ਵਿੱਚ, ਚਲੋ ਭਾਈ ਤੁਸੀਂ ਚੰਗਾ ਕਰਿਆ ਜਾਂ ਮਾੜਾ ਕਰਿਆ, ਜਾਂ ਚੰਨੀ ਨਾਲ ਹੀ ਆ ਜਾਂਦੇ ਜੇ ਐਡੀ ਜ਼ਿਆਦਾ ਹੋ ਸੀਗਾ। ਨਹੀਂ, ਉਹਦੇ ਵਿੱਚ ਤਾਂ ਉਹ ਤਾਂ ਉਹਨਾਂ ਦਾ ਆਪਣਾ ਐਟੀਟਿਊਡ ਹੈ। ਅਸੀਂ ਤਾਂ ਜੋ ਮੇਰੀ ਸੋਚ ਹੈ, ਉਹਨਾਂ ਦੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ। ਸਾਡਾ ਪਰਿਵਾਰ ਮੇਰੇ ਨਾਲ ਹੈ, ਮੇਰੀਆਂ ਭੈਣ ਭਰਾ ਮੇਰੇ ਸਾਰਾ ਰਿਸ਼ਤੇਦਾਰ ਮੇਰੇ ਨਾਲ ਹੈ। ਉਹ ਮੇਰੇ ਨਾਲ ਉਹਨਾਂ ਦੀ ਵਧਾਈਆਂ ਆ ਰਹੀਆਂ, ਸਾਰੇ ਅਮਰੀਕਾ ਕੈਨੇਡਾ ਤੋਂ ਜਿੱਥੇ ਸਾਡਾ ਪਰਿਵਾਰ ਬੈਠਾ ਜਾਂ ਯਾਰ ਦੋਸਤ ਸੱਜਣ ਮਿੱਤਰ ਬੈਠੇ ਜਿੱਥੇ, ਉਹ ਸਾਰਿਆਂ ਦੇ ਕੱਲ੍ਹ ਦਾ ਮੇਰਾ 1 ਮਿੰਟ ਵੀ ਫੋਨ ਨਹੀਂ ਆਪਣਾ ਵੀ ਉਹ ਅੱਖਾਂ ਦੀ। ਪਰ ਇੱਕ ਚੀਜ਼ ਸਮਝ ਲੱਗੀ, ਜਿਵੇਂ ਤੁਸੀਂ ਗੱਲ ਤੋਂ ਕਹੀ ਕਿ ਪ੍ਰਮਾਤਮਾ ਦੀ ਚਲੋ ਸ਼ੁਕਰ ਹੈ, ਮਿਹਰ ਰਹਿਣੀ ਚਾਹੀਦੀ ਹੈ ਹਰ ਕਿਸੇ ਤੇ, ਵੀ ਸ਼ੁਰੂ ਤੋਂ ਸਾਡਾ ਤਾਂ ਚੰਗਾ ਹੱਸਦਾ ਖੇਡਦਾ ਪਰਿਵਾਰ ਰਿਹਾ। ਪਰ ਨਾਲ ਹੀ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿੰਦੇ ਵੀ ਉਹ ਗਰੀਬੀ ਦੀ ਗੱਲ ਕਰਦੇ ਨੇ, ਉਹ ਪਿਛੜੇਪਨ ਦੀ ਗੱਲ ਕਰਦੇ ਨੇ, ਤਾਂ ਆਖਰਕਾਰ ਵੀ ਉਹ ਸਾਡੀਆਂ ਚੀਜ਼ਾਂ ਕਦੇ ਨਾਲ ਨਹੀਂ ਰਹੀਆਂ। ਫਿਰ ਚੰਨੀ ਨੂੰ ਕਹਿਣ ਦੀ ਲੋੜ ਕੀ ਪੈ ਗਈ? ਉਹ ਨਾ ਤਾਂ ਪਿਛੋਕੜ ਵਾਲੀ ਗੱਲ ਹੈ, ਐਡਾ ਮਾੜਾ ਪਿਛੋਕੜ ਨਹੀਂ ਸੀ, ਇਹ ਤਾਂ ਜਮਾਂ ਹੀ ਥੱਲੇ ਸਿੱਟਤਾ ਸਾਨੂੰ। ਲੋਕ ਤਾਂ ਹੀ ਦੇਖਦੇ ਨੇ, ਉਹ ਫਿਰ ਜਿਹੜੇ ਤਾਂ ਸਾਨੂੰ ਜਾਣਦੇ ਆ ਉਹਨਾਂ ਨੂੰ ਤਾਂ ਪਤਾ। ਹੁਣ ਐਡਾ ਪਿਛੋਕੜ ਇਹ ਹੈ ਕਿ ਇਹ ਤਾਂ ਵੀ ਹਾਰੀ ਖਰੀ ਜੇ ਉਹੀ ਹੁੰਦਾ ਵੀ ਪਾਥੀਆਂ ਪੱਥਣ ਵਾਲਾ। ਇਹਨੇ ਤਾਂ ਉਹ ਬਣਾਤਾ ਸਾਨੂੰ ਵੀ ਹਰੀ ਤਾਂ ਐਸੀ ਤਾਂ ਹੈਗੇ ਆ। ਕਦੇ ਵੀ ਸਾਡੇ ਦਾਦੇ ਬਾਬਿਆਂ ਨੇ ਮਿਹਨਤ ਕੀਤੀ ਹੈ, ਕੱਪੜਾ ਬੁਣਨ ਦਾ ਕੰਮ ਕਰਦੇ ਸੀ, ਲਾ ਕੇ ਆਹ ਲਿਪਾ ਚਿਪੀ ਜੇ ਕਰਦੇ ਸੀ, ਗੋਹਾ ਢੋਲਣ ਵਾਲੇ ਤਾਂ ਕੱਪੜਾ ਬੁਣਨ ਦਾ ਕੰਮ ਕਰਦੇ ਸੀ, ਖੇਸੀਆਂ ਬੁਣਦੇ ਸੀ, ਬਾਂਗਰ ਜਾ ਕੇ ਵੇਚ ਕੇ ਆਉਂਦੇ ਸੀ। ਕਿਉਂਕਿ ਉਹ ਤਾਂ ਜਿਵੇਂ ਹੁਣ ਜੇ ਕਹੀਏ ਕਿ ਆਖਰ ਗੱਲ ਆਉਂਦਾ, ਹੁਣ ਇਹ ਵੀ ਹਾਸੀ ਬਣ ਗਈ, ਹੁਣ ਤਾਂ ਹੱਸ ਕੇ ਆਪ ਵੀ ਕਹਿ ਦਿੰਦੇ ਨੇਗੇ, ਕਹਿੰਦੇ ਆਹ ਕੰਮ ਵੀ ਮੈਂ ਕਰਿਆ, ਉਹ ਕੰਮ ਵੀ ਮੈਂ ਕਰਿਆ, ਕਹਿੰਦੇ ਕਹਿ ਨਾ ਦਿਓ ਫਿਰ ਕਰਿਆ ਤਾਂ ਮੈਨੇ ਆਹ ਕੰਮ ਵੀ ਹੈ ਵੀ, ਯਾਨੀ ਕਿ ਜੋ ਵੀ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਜ਼ਿਕਨ 'ਚ। ਇੱਕ ਕੁਰਸੀ ਦੀ ਮਰਿਆਦਾ ਹੁੰਦੀ ਹੈ, ਇੱਕ ਗੱਲਬਾਤ ਦੀ ਮਰਿਆਦਾ ਹੁੰਦੀ ਹੈ। ਠੀਕ ਹੈ, ਬੰਦਾ ਬੰਦਾ ਗੱਲ ਕਰ ਲੈਂਦਾ, ਉਹ ਅੱਡ ਗੱਲ ਹੈ। ਕਿਤੇ ਈਜੀ ਮੂਡ 'ਚ ਬੈਠੇ, ਇਹ ਤਾਂ ਨਹੀਂ ਹਾਈ ਵਾਰੀ ਤੁਸੀਂ ਆਹ ਚੀਜ਼ਾਂ ਕਹੀ ਜਿਹੜੀਆਂ ਲੋਕਾਂ ਨੇ ਫਿਰ ਵਜਾ ਕੇ ਬਣਾ ਲਿਆ, ਹੋਰ ਕੀ ਕੀਤਾ। ਭਰਾ ਸਾਡਾ ਤਾਂ ਐਡਾ ਤਾਂ ਜਿੱਥੇ ਇਹਨੇ ਵੀ ਲਿਪਦੇ ਰਹੇ ਜਾਂ ਉਹਨੇ ਕਿਤੇ ਵੀ ਨਹੀਂ। ਤੂੰ ਸਾਡੇ ਬਕੜਾਉਂਦੇ ਜਿਹੜਾ ਸਾਡੇ ਪਿੰਡ ਜਿਹੜਾ ਦਿਖਾਇਆ ਇਹਦੇ ਨਾਨਕੇ, ਮੇਰੇ ਨਾਨਕੇ, ਅਤੇ ਉਹ ਜਿਹੜਾ ਚੁਬਾਰਾ ਸਾਡੇ ਚਮਕੌਰ ਦੇ ਵਿੱਚ ਉਹਦੇ ਉਸ ਇਲਾਕੇ ਦੀ ਸਭ ਤੋਂ ਪਹਿਲਾ ਚੁਬਾਰਾ ਸਾਡਾ ਸੀ। ਪਹਿਲੀ ਕੋਠੀ ਜੇ ਕਹੀਏ ਚੁਬਾਰੇ ਵਾਲਾ, ਕੋਠੀ ਪੁਰਾਣੀ ਲਾ ਲਓ, ਕੋਠੀ ਚੁਬਾਰਾ ਹੁੰਦਾ ਸੀ। ਮੇਰੇ ਚਾਚਾ ਜੀ ਸੈਸ਼ਨ ਜੱਜ ਇਲਾਕੇ ਦੇ ਵਿੱਚ ਪਹਿਲੇ ਜੱਜ ਸੀ, ਜੁਡੀਸ਼ੀਅਲ ਮੈਜਿਸਟਰੇਟ। ਸਾਡੇ 52 'ਚ ਸਾਡੇ ਫਾਦਰ ਸਾਹਿਬ ਚੰਡੀਗੜ੍ਹ ਆ ਸੀ ਟੀਚਿੰਗ ਲਾਈਨ 'ਚ। ਫਿਰ ਅਸੀਂ ਕਿੱਥੇ ਦੇਖਿਆ ਜੀ ਪਿਛੋਕੜ ਸਾਡਾ ਮਾੜਾ। 47 ਆਜ਼ਾਦ ਹੋਇਆ ਦੋਸਤ, 52 'ਚ ਚੰਡੀਗੜ੍ਹ ਸੀ ਸਾਡੇ ਫਾਦਰ। ਹੁਣ ਜਸਵਿੰਦਰ ਧਾਲੀਵਾਲ ਜਦੋਂ ਉਹ ਸਾਡੇ ਫਾਦਰ 52 'ਚ ਚੰਡੀਗੜ੍ਹ ਆਏ, ਅਤੇ ਉਹਨਾਂ ਨੇ ਚੰਨੀ ਦੀ ਮਦਰ, 2 ਹੋਰ ਭੈਣਾਂ, ਇੱਕ ਭਾਈ ਨੂੰ ਜੱਜ ਬਣਾਇਆ। ਇਹਨਾਂ 3 ਭੈਣਾਂ ਦੇ ਵਿਆਹ ਕੀਤੇ ਮੇਰੇ ਫਾਦਰ ਸਾਹਿਬ ਨੇ, ਠੀਕ ਹੈ, ਇੱਕ ਟੀਚਿੰਗ ਲਾਈਨ 'ਚ। ਅਤੇ ਜਦੋਂ ਛੁੱਟੀਆਂ ਦੇ ਵਿੱਚ ਸਾਡੇ ਦਾਦਾ ਜੀ ਬਣਦੇ ਸੀ, ਖੇਸੀਆਂ ਬੁਣਦੇ ਸੀ, ਆਪਣਾ ਕੁੰਬਲ ਸੀ ਅਤੇ ਜਿਹੜਾ ਖੱਡੀ ਅਤੇ ਕੁੰਬਲ 'ਤੇ ਸੀ। ਜਿਹੜੇ ਇਹ ਗੜਾਈ ਜਾਂਦਾ ਵੀ ਇਹ ਕੰਮ ਤਾਂ ਸਾਡੇ ਪਰਿਵਾਰ 'ਚ ਕਿਸੇ ਨੇ ਵੀ ਨਹੀਂ ਕਰਿਆ। ਸਾਡੇ ਫਾਦਰ ਨੇ ਇਹਦੀ ਸਾਈਡਾਂ ਦਾ ਵਿਆਹ ਕੀਤੇ, 2-3 ਭੈਣਾਂ ਦੇ ਵਿਆਹ ਕੀਤੇ, ਭਾਈ ਨੂੰ ਜੱਜ ਬਣਾਇਆ। ਉਹਨਾਂ ਨੇ ਤਾਂ ਸ਼ੁਰੂ ਤੋਂ ਸਾਨੂੰ ਬੜਾ ਦਿਨ ਦੇਖਣ ਨਹੀਂ ਦਿੱਤੇ ਕਦੇ। ਪਰ ਹੁਣ ਜੇ ਜਸਵਿੰਦਰ ਧਾਲੀਵਾਲ ਸਟੇਜ ਤੇ ਜਾਣਗੇ, ਜਦੋਂ ਇਹ ਗੱਲ ਕਹਿਣਗੇ, ਤਾਂ ਜਸਵਿੰਦਰ ਧਾਲੀਵਾਲ ਕੀ ਕਹਿਣਗੇ ਵੀ ਭਾਈ ਅਸੀਂ ਐ ਨਹੀਂ ਹੈਗੇ ਕਮ ਸੇ ਕਮ, ਪਰ ਹਾਂ ਸਾਡੀ ਸੋਚ ਚੰਗੀ ਹੈਗੀ, ਸਾਨੂੰ ਵੋਟ ਪਾ ਦਿਓ। ਨਹੀਂ, ਉਹ ਤਾਂ ਜੋ ਦੁਨੀਆ ਜਾਣਦੀ ਹੈ। ਸਾਡਾ ਜਿਹੜਾ ਪਰਿਵਾਰ ਹੈ ਛੁਪਿਆ ਤਾਂ ਹੈ ਹੀ ਨਹੀਂ ਕਿਸੇ ਚੀਜ਼ ਤੋਂ, ਸਭ ਨੂੰ ਪਤਾ, ਦੁਨੀਆ ਨੂੰ ਪਤਾ। ਫਿਰ ਤਾਂ ਇਕੱਲੇ ਫੋਟੋ ਹੀ ਹੋ ਗਈਆਂ ਜਾਂ ਵੀਡੀਓ ਹੀ ਹੋ ਗਏ ਬਸ, ਜਿਹੜੇ ਲੋਕਾਂ ਨੂੰ ਚੰਗੇ ਸੁਣਾਤੇ ਅਸੀਂ ਆਹੀ ਕਹਿ ਸਕਦੇ ਹਾਂ। ਉਹ ਫਿਰ ਟਾਈਮ ਪਾਸ ਵੀ ਤਾਂ ਕਰਨਾ ਸੀ 3 ਮਹੀਨੇ। ਉਹਦਾ ਸਿੱਧੂ ਤਾਂ ਫਿਰ ਸਿੱਧੂ ਦੀ ਜਦੋਂ ਵੀ ਤਾਂ ਰਿਲੈਕਸ ਹੋਣਾ ਸੀ, ਫਿਰ ਉਹ ਰਿਲੈਕਸ ਹੋਣ ਲਈ ਇੱਦਾਂ ਦੀਆਂ ਗੱਲਾਂ ਕਰ ਦਿੰਦਾ। ਉਹ ਵੀ ਅਦਰਵਾਈਜ਼ ਉਹ ਵੀ ਰਿਲੈਕਸ ਹੋਣ ਲਈ ਇੱਦਾਂ ਦੀਆਂ ਗੱਲਾਂ ਕਰਦਾ। ਬਾਕੀ ਐਡਾ ਸਾਡਾ ਪਰਿਵਾਰ ਐਡਾ ਪਿਛੋਕੜ ਐਡਾ ਬੜਾ ਨਹੀਂ ਸੀ, ਨਾ ਪਰਮਾਤਮਾ ਰੱਖੇ। ਚਲੋ ਬਹੁਤ ਮੁਬਾਰਕਾਂ। ਖੈਰ ਐਸੀ ਦੇ ਦਿੰਦੇ ਚੰਨੀ ਹੋਰਾਂ ਨੇ, ਭਾਵੇਂ ਦਿੱਤੀਆਂ ਨਾ ਦਿੱਤੀਆਂ, ਪਰ ਇੰਨਾ ਜ਼ਰੂਰ ਹੈ ਜਸਵਿੰਦਰ ਧਾਲੀਵਾਲ ਨੇ ਕਹਿੰਦੇ ਕਿ ਸਹੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਸਹੀ ਗੱਲ ਜਨਤਾ ਦੇ ਮੂਹਰੇ ਲਿਜਾਓਗੇ, ਜਨਤਾ ਪਿਆਰ ਦੁੱਗਣਾ ਦਿੰਦੀ ਹੈ। ਇਹ ਨਹੀਂ ਹੁੰਦਾ ਕਿ 4 ਪੈਸੇ ਸਾਡੇ ਕੋਲ ਹੈਗੇ ਨੇ ਤਾਂ ਇਹ ਜਨਤਾ ਸਾਨੂੰ ਇਹ ਸਮਝੂਗੀ ਕਿ ਇਹ ਪੈਸੇ ਆਖਰ ਕਿਉਂ ਨੇ। ਤੇ ਨਾਲ ਹੀ ਸ਼ੁਰੂਆਤ ਉਹਨਾਂ ਦੇ ਭਾਜਪਾ ਦੇ ਨਾਲ ਕਰਤੀ ਆ। ਹਾਲਾਂਕਿ ਬੀਜੇਪੀ ਕਿੱਥੋਂ ਡਿਊਟੀ ਲਾਉਂਦੀ ਹੈ ਚੋਣ ਲੜਨ ਦੀ, ਪਰ ਤਿਆਰੀ ਕਹਿੰਦੇ ਪੂਰੀ ਹੈ। ਜਦੋਂ ਬੂਟੇ ਲਾ ਸਕਦੇ ਆ ਤਾਂ ਆਪ ਜਦੋਂ ਬੂਟਾ ਬਣ ਕੇ ਅੱਗੇ ਵਧਣਾ ਪਿਆ ਤਾਂ ਉਹ ਪਿੱਛੇ ਕਿਸੇ ਕਸਰ ਨਹੀਂ ਗੀ ਰਹੂਗੀ। ਪਰ ਨਾਲੋਂ ਨਾਲ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਗੱਲਾਂ ਦੱਸਤੀਆਂ ਕਿ ਹੁਣ ਆਖਰਕਾਰ ਜਨਤਾ ਵੀ ਇੱਕ ਵਾਰੀ ਸੋਚਣ ਨੂੰ ਮਜਬੂਰ ਹੋ ਜੂ, ਜਦੋਂ ਭਾਈ ਇਹ ਗੱਲ ਕਹਿੰਦਾ ਕਿ ਅਸੀਂ ਕਿੱਥੋਂ ਖੜੇ ਹੋਏ, ਕਿਵੇਂ ਅੱਗੇ ਵਧੇ ਤੇ ਕਿਸ ਤਰ੍ਹਾਂ ਦੇ ਨਾਲ ਪੂਰਾ ਸਫ਼ਰ ਰਿਹਾ, ਤਾਂ ਫਿਰ ਉਹ ਕੀ ਸੀ ਕਿ ਸਿਰਫ
ਉਹੀ ਗੱਲ ਜਸਵਿੰਦਰ ਧਾਲੀਵਾਲ ਵਾਲੀ ਕਿ ਨਵਜੋਤ ਸਿੱਧੂ ਦੀ ਪਾਈ ਚਿੰਤਾ ਨੂੰ ਮੁਕਤ ਹੋਣ ਵਾਸਤੇ ਇੱਕ ਹਾਸੀ ਖੇਡੀਆਂ ਨਾਲ ਜ਼ਰੂਰੀ ਸੀਗੀਆਂ। ਖੈਰ ਸ਼ੁਰੂਆਤ ਧਾਲੀਵਾਲ ਹੋਰਾਂ ਨੇ ਕਰਤੀ ਹੈ, ਕਹਿੰਦੇ ਹੁਣ ਚੋਣਾਂ 'ਚ ਵੀ ਜੇ ਟੱਕਰਨਾ ਪਿਆ ਤਾਂ ਸਾਹਮਣੇ ਟੱਕਰਾਂਗੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।